ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਿਚਾਰ ਕਰਾਂਗੇ ਇੱਕ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਬਾਣੀ ਦਾ। ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਸਤਿਗੁਰਾਂ ਨੇ 6 ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 15 ਭਗਤਾਂ 11 ਭੱਟਾਂ ਤੇ 3 ਗੁਰਸਿੱਖਾਂ ਦੀ ਬਾਣੀ ਵੀ ਦਰਜ ਕੀਤੀ ਹੋਈ ਹੈ। ਉਹਨਾਂ 15 ਭਗਤਾਂ ਵਿੱਚੋਂ ਭਗਤ ਨਾਮਦੇਵ ਜੀ ਜੋ ਕਿ ਮਹਾਰਾਸ਼ਟਰਾ ਦੇ ਜੰਪਲ ਸਨ, ਪਿੰਡ ਨਰਸੀ ਬਾਹਮਣੀ ਜੋ ਮਹਾਰਾਸ਼ਟਰਾ ਵਿੱਚ ਸਥਿਤ ਹੈ, ਉਹਨਾਂ ਦਾ ਜਨਮ ਸਨ 1270 ਈਸਵੀ ਨੂੰ ਹੋਇਆ ਤੇ ਉਹਨਾਂ ਦਾ ਜੀਵਨ ਕਾਲ ਸਨ 1350 ਈਸਵੀ ਤੱਕ ਦਾ ਹੈ। ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਭਗਤ ਨਾਮਦੇਵ ਜੀ ਪੰਜਾਬ ਆਏ ਔਰ ਘੁੰਮਣਾ ਪਿੰਡ ਵਿੱਚ ਉਹ ਕਾਫੀ ਸਮਾਂ ਰਹੇ। ਖੈਰ, ਇਹ ਇਤਿਹਾਸਕ ਪੱਖ ਤੋਂ ਵਿਚਾਰਾਂ ਫਿਰ ਕਿਤੇ ਕਰ ਲਵਾਂਗੇ। ਸਾਡੀ ਜਿਹੜੀ ਖਾਸ ਸਾਂਝ ਭਗਤ ਨਾਮਦੇਵ ਜੀ ਨਾਲ ਹੈ ਉਹ ਹੈ ਗੁਰਮਤਿ ਦੀ ਸਾਂਝ। ਇਸ ਸਾਂਝ ਸਦਕਾ ਹੀ ਸਾਡੇ ਸਤਿਗੁਰਾਂ ਨੇ ਭਗਤ ਨਾਮਦੇਵ ਜੀ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਾਖਲ ਕੀਤੇ। ਬਹੁਤ ਲੋਕੀ ਆਪਣੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਸਨ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦਾਖਲ ਉਹੀ ਬਾਣੀ ਹੋਈ ਜੋ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜੋ ਯੂਨੀਵਰਸਲ ਟਰੁੱਥ ਸੀ, ਸਰਵਤ ਸੰਸਾਰ ਦੇ ਕਲਿਆਣ ਵਾਸਤੇ ਸੱਚੋ ਸੱਚ ਸੀ। ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਗਿਆ। ਸਾਡੀ ਜੋ ਅਸੀਂ ਜੋ ਮੰਦਭਾਗੀ ਕਿਹੜੇ ਕੰਮ ਤੋਂ ਹਾਂ ਕਿ ਸਤਿਗੁਰੂ ਨੇ ਤਾਂ ਸਾਡੇ 'ਤੇ ਉਪਰਾਲਾ ਕਰ ਦਿੱਤਾ, ਬਖਸ਼ਿਸ਼ ਕਰ ਦਿੱਤੀ, ਪਰ ਸਾਡੇ ਮੰਦੇ ਭਾਗ ਹਨ ਕਿ ਗੁਰੂ ਸਾਹਿਬ ਦੇ ਕੀਤੇ ਹੋਏ ਸਾਰੀ ਉਪਰਾਲੇ ਨੂੰ, ਮਿਹਨਤ ਨੂੰ ਅਸੀਂ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਿਹੜੇ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਕਰ ਰਹੇ ਸਨ। ਅੰਮ੍ਰਿਤਮਈ ਬਾਣੀ ਨੂੰ ਅਸੀਂ ਜ਼ਹਿਰ ਬਣਾ ਕੇ ਸੰਗਤਾਂ ਵਿੱਚ ਪੇਸ਼ ਕੀਤਾ, ਜਿਸ ਸਦਕਾ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਸੀਂ ਜੜੋਂ ਪੁੱਟਣ ਵਿੱਚ ਆਪ ਸਹਾਈ ਹੋਏ। ਇਸੇ ਸੰਦਰਭ ਵਿੱਚ ਅੱਜ ਮੈਂ 2 ਸ਼ਬਦ ਭਗਤ ਨਾਮਦੇਵ ਜੀ ਦੇ ਇੱਥੇ ਵਿਚਾਰਾਂਗਾ। ਔਰ ਪਹਿਲਾਂ ਤਾਂ ਮੈਂ ਇਹ ਦੱਸਾਂਗਾ ਕਿ ਇਸ ਦੇ ਅਰਥ ਸਾਨੂੰ ਅੱਜ ਤੱਕ ਕੀ ਸਮਝਾਏ ਗਏ ਨੇ ਔਰ ਇਸ ਦੇ ਅਰਥ ਅਸਲ ਵਿੱਚ ਕੀ ਹਨ। ਕਿਉਂਕਿ ਦਿਉਰਾ ਜਿਹੜਾ ਫਿਰਿਆ ਸੀ, ਫੇਰ ਦਿਆ ਦਿਉਰਾ ਨਾਮੇ ਕੋ ਪੰਡੀਅਨ ਕੋ ਪਿਛਵਾੜ ਲੈ ਵਾਲੀ ਗੱਲ ਹੈ। ਅਸੀਂ ਵਿਚਾਰਾਂਗੇ ਕਿ ਕਿਹੜਾ ਦਿਉਰਾ ਫਿਰਿਆ ਸੀ। ਆਓ ਅਸੀਂ ਸ਼ਬਦ ਦੀ ਵਿਚਾਰ ਸ਼ੁਰੂ ਕਰਦੇ ਹਾਂ। ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਸਾਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਹਸਤ ਖੇਲਤ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਇਹਦੇ ਅੱਖਰੀ ਅਰਥ ਨੇ ਕਿ ਹੱਸਦਾ ਖੇਲਦਾ, ਭਾਵ ਆਪਣੀ ਮੌਜ ਦੇ ਵਿੱਚ ਮੈਂ ਤੇਰੇ ਦਿਉਰੇ ਮੰਦਰ ਵਿੱਚ ਆਇਆ ਤੇ ਉਹ ਪ੍ਰਭੂ ਦੇ ਗੁਣ ਗਾਉਂਦੇ ਨੂੰ, ਭਗਤੀ ਕਰਦੇ ਨੂੰ ਜੋ ਹੈ ਜਿਹੜੇ ਉੱਥੋਂ ਦੇ ਪੁਜਾਰੀ ਸਨ ਉਹਨਾਂ ਨੇ ਫੜ ਕੇ ਉਠਾ ਦਿੱਤਾ, ਮੰਦਰ ਚੋਂ ਬਾਹਰ ਕੱਢ ਦਿੱਤਾ। ਇਹ ਅਰਥ ਜੋ ਅਸੀਂ ਆਮ ਤੌਰ 'ਤੇ ਪੜ੍ਹਦੇ ਸੁਣਦੇ ਹਾਂ। ਇਸ ਗੱਲ ਵਿੱਚੋਂ ਇੱਕ ਗੱਲ ਤਾਂ ਸਪਸ਼ਟ ਹੋ ਰਹੀ ਹੈ ਕਿ ਭਗਤ ਨਾਮਦੇਵ ਜੀ ਉੱਥੋਂ ਦੇ ਹੀ ਰਹਿਣ ਵਾਲੇ ਸਨ
ਔਰ ਉਹ ਸ਼ਿੰਬਾ ਜਾਤ ਨਾਲ ਜੋ ਹਿੰਦੂ ਧਰਮ ਵਿੱਚ ਵਰਨ ਆਸ਼ਰਮ ਅਨੁਸਾਰ ਜਾਤ ਪਾਤ ਬਣਾਈ ਹੋਈ ਹੈ, ਸ਼ਿੰਬਾ ਜਾਤ ਜਿਸ ਨੂੰ ਸ਼ੂਦਰ ਨੀਚ ਜਾਤ ਕਿਹਾ ਜਾਂਦਾ ਹੈ, ਉਸ ਨਾਲ ਸੰਬੰਧਿਤ ਸਨ। ਤੇ ਐਸਾ ਤੇ ਹੋ ਨਹੀਂ ਸਕਦਾ ਕਿ ਉਹ ਪੰਡਤ ਭਗਤ ਨਾਮਦੇਵ ਨੂੰ ਜਾਣਦੇ ਨਾ ਹੋਣ, ਉਹ ਜ਼ਰੂਰ ਜਾਣਦੇ ਸਨ। ਇਸੇ ਕਰਕੇ ਇਸ ਨੂੰ ਭਗਤ ਨਾਮਦੇਵ ਨੂੰ ਮੰਦਰ ਤੋਂ ਬਾਹਰ ਕੱਢਿਆ ਗਿਆ। ਪਰ ਇਹ ਵੀ ਗੱਲ ਇੱਥੋਂ ਸਪਸ਼ਟ ਹੁੰਦੀ ਹੈ ਕਿ ਪਹਿਲਾਂ ਭਗਤ ਨਾਮਦੇਵ ਕਦੀ ਮੰਦਰ ਵਿੱਚ ਨਹੀਂ ਗਿਆ ਸੀ, ਨਹੀਂ ਜਾਣਦਾ ਸੀ। ਇੱਕ ਦਿਨ ਮਨ ਦੀ ਮੌਜ ਵਿੱਚ ਉਹ ਚਲਾ ਗਿਆ। ਖੈਰ, ਉੱਥੋਂ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ, ਉਠਾ ਦਿੱਤਾ। ਕਿਉਂ ਕੱਢਿਆ? ਹੀਨੜੀ ਜਾਤ ਮੇਰੀ ਜ਼ਾਦਮ ਰਾਇਆ। ਜ਼ਾਦਮ ਰਾਇਆ ਅਸੀਂ ਕਹਿੰਦੇ ਉਹ ਕ੍ਰਿਸ਼ਨ ਦਾ ਭਗਤ ਸੀ। ਜ਼ਾਦਮ ਰਾਇਆ ਅਸਲ 'ਚ ਇਹ ਰੱਬ ਲਈ ਇਹ ਸ਼ਬਦ ਵਰਤਿਆ ਗਿਆ, ਉਸ ਮਾਲਕ ਲਈ ਵਰਤਿਆ ਗਿਆ। ਅੱਗੇ ਬੀਠਲ ਦੀ ਗੱਲ ਹੋਣੀ ਹੈ, ਬੀਠਲ ਵੀ ਰੱਬ ਲਈ ਵਰਤਿਆ ਗਿਆ। ਇਸ ਕਰਕੇ ਜਿਹੜੇ ਨਾਂ ਪ੍ਰਚਲਿਤ ਸਨ ਉਹ ਨਾਂ ਸਾਰੇ ਹੀ ਗੁਰਬਾਣੀ ਵਿੱਚ ਵਰਤੇ ਗਏ ਹਨ। ਸੋ ਮੈਨੂੰ ਕਿਉਂ ਉੱਥੋਂ ਕੱਢਿਆ ਗਿਆ, ਭਗਤ ਨਾਮਦੇਵ ਜੀ ਦੱਸਦੇ ਨੇ, ਕਿਉਂਕਿ ਮੇਰੀ ਜਾਤ ਇਹਨਾਂ ਪੁਜਾਰੀਆਂ ਅਨੁਸਾਰ ਨੀਵੀਂ ਸੀ, ਹਲਕੀ ਸੀ, ਹੀਨੜੀ ਜਾਤ ਸੀ। ਔਰ ਭਗਤ ਨਾਮਦੇਵ ਜੀ ਗਿਲਾ ਵੀ ਕਰਦੇ ਹਨ ਕਿ ਜੇਕਰ ਇਹੀ ਗੱਲ ਸੀ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਕਿ ਮੈਂ ਫਿਰ ਇਹ ਸ਼ੀਂਬੇ ਦੇ ਜਨਮ ਵਿੱਚ ਕਾਹਤੇ ਆਉਣਾ ਸੀ? ਭਾਈ ਰੱਬ ਜੇ ਹੈ, ਤੂੰ ਹੀ ਤਾਂ ਭੇਜਿਆ ਨਾ, ਤੇਰੇ ਕਰਕੇ ਸਭ ਕੁਝ ਹੁੰਦਾ, ਤਾਂ ਮੈਨੂੰ ਨੀਚ ਜਾਤ ਵਿੱਚ ਭੇਜਿਆ। ਤੇ ਭਗਤ ਨਾਮਦੇਵ ਜੀ ਅੱਗੇ ਕੀ ਕਰਦੇ ਨੇ? ਲੈ ਕਮਲੀ ਚੱਲਿਓ ਪਲਟਾਏ। ਉਹ ਉਲਟੇ ਪੈਰੀਂ ਚੱਲ ਪਿਆ, ਆਪਣੀ ਕਮਲੀ ਲਈ। ਉੱਤੇ ਚਾਦਰ ਕਮਲੀ ਕੋਈ ਓੜੀ ਹੋਈ ਹੋਏਗੀ, ਲਈ ਹੋਈ ਹੋਏਗੀ, ਕਮਲੀ ਦੀ ਬੁੱਕਲ ਮਾਰੀ ਹੋਣੀ ਆ। ਸਿੱਧਾ ਸਾਦਾ ਬੰਦਾ, ਉਸ ਸੱਚ ਨਾਲ ਜੁੜਿਆ ਹੋਇਆ, ਉਹ ਕਮਲੀ ਲੈ ਕੇ ਤੇ ਪਿਛਾ ਨੂੰ ਮੁੜ ਪਿਆ। ਤੇ ਕੀ ਕੀਤਾ? ਉਹ ਦਿਓਰੇ ਦੇ ਉਸ ਮੰਦਰ ਦੇ ਪਿੱਛੇ ਜਾ ਕੇ, ਦਿਓਰੇ ਪਾਛੇ ਬੈਠਾ ਜਾਏ, ਦਿਓਰੇ ਦੇ ਪਿੱਛੇ ਉਸ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਿਆ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਓਰਾ ਫਿਰੇ। ਜਿਉਂ ਜਿਉਂ ਨਾਮਦੇਵ ਜੀ ਹਰੀ ਦੇ ਗੁਣ, ਸੱਚੇ ਗੁਣਾਂ ਦੀ ਵਿਚਾਰ ਕਰਦੇ ਨੇ, ਕੀਰਤਨ ਕਰਦੇ ਨੇ, ਭਗਤ ਜਨਾਂ ਕਾ ਦਿਓਰਾ, ਜਿਹੜੇ ਅਰਥ ਇਹ ਕੀਤੇ ਜਾਂਦੇ ਨੇ ਕਿ ਉਹ ਮੰਦਰ ਦਾ ਮੂੰਹ ਘੁੰਮ ਗਿਆ। ਸਾਡੇ ਜਿਹੜੇ ਪ੍ਰਚਾਰਕ, ਜਿਹੜੇ ਸਿੱਖਾਂ ਨੂੰ ਸਿੱਖ ਧਰਮ ਨਾਲੋਂ ਤੋੜਨਾ ਚਾਹੁੰਦੇ ਨੇ, ਉਹ ਇਸ ਤਰ੍ਹਾਂ ਦੇ ਅਰਥ ਕਰਦੇ ਨੇ। ਭਾਵ ਉਹ ਅਸਲੀ ਗੱਲ ਨੂੰ ਸਮਝਦੇ ਨਹੀਂ ਕਿ ਭਾਈ ਇੱਦਾਂ ਬਿਲਡਿੰਗਾਂ ਘੁੰਮਿਆਂ ਨਹੀਂ ਕਰਦੀਆਂ। ਕੱਲ੍ਹ ਇੱਕ ਵੀਡੀਓ ਇੱਕ ਮੁਸਲਮਾਨ ਵੀਰ ਦੀ ਮੇਰੇ ਕੋਲ ਆਈ, ਉਹ ਬੜੀ ਸਪਸ਼ਟਤਾ ਨਾਲ ਉਹਨਾਂ ਨੇ ਮੱਕੇ ਵਾਲੀ ਸਾਰੀ ਗੱਲ, ਜਿਹੜੀ ਕਹਿੰਦੇ ਵੀ ਮੱਕਾ ਘੁੰਮਿਆ ਜਾਂ ਉਹ ਜਿਹੜਾ ਉਹਨਾਂ ਦਾ ਧਾਰਮਿਕ ਸਥਾਨ ਘੁੰਮਿਆ, ਉਹ ਬੜੀ ਸਪਸ਼ਟਤਾ ਨਾਲ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਕਹਾਣੀਆਂ ਕਿਵੇਂ ਬਣਦੀਆਂ ਹਨ। ਸੋ ਅਸੀਂ ਇਹ ਗੱਲ ਇੱਕ ਸ਼ਬਦ ਔਰ ਇਸ ਤੋਂ ਅਗਲੇ ਸ਼ਬਦ ਵਿੱਚ ਵੀ ਇਹੀ ਕੁਝ ਸਾਨੂੰ ਮਿਲੇਗਾ। ਆਓ ਅਸੀਂ ਉਸ ਨੂੰ ਵਿਚਾਰ ਕੇ ਫਿਰ ਇਸ ਦੀ ਪੂਰਾ ਵਿਸ਼ਲੇਸ਼ਣ ਅਸੀਂ ਕਰਾਂਗੇ। ਦੂਸਰਾ ਸ਼ਬਦ ਵੀ ਭਗਤ ਨਾਮਦੇਵ ਜੀ ਦਾ ਹੀ ਹੈ, ਉਸ ਨੂੰ ਅਸੀਂ ਵਿਚਾਰਦੇ ਹਾਂ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ ਮੈਨੂੰ, ਤੂੰ ਵਿਸਾਰਨਾ, ਤੂੰ ਨਾ ਵਿਸਾਰ, ਤੂੰ ਨਾ ਵਿਸਾਰ ਰਾਮਈਆ ਰਹਾਓ। ਉੱਥੇ ਕ੍ਰਿਸ਼ਨ ਦੀ ਗੱਲ, ਮਤਲਬ ਸਾਨੂੰ ਗੱਲ ਸਮਝ ਆਉਣੀ ਹੈ ਕਿ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਬੀਠਲ ਸ਼ਬਦ ਵੀ ਵਰਤਦੇ ਨੇ, ਆਪਣੀ ਨਾਮ ਵਿੱਚ ਜ਼ਾਦਮ ਰਾਇਆ ਵੀ ਵਰਤਦੇ ਨੇ, ਆਪਣੀ ਬਾਣੀ ਵਿੱਚ ਰਮਈਆ ਵੀ ਵਰਤਦੇ ਨੇ। ਉਸ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਭੁਲੇਖਾ ਪਾਉਂਦੇ ਨੇ ਕਿ ਭਗਤ ਨਾਮਦੇਵ ਜੀ ਕ੍ਰਿਸ਼ਨ ਦੇ ਭਗਤ ਸਨ, ਭਗਤ ਨਾਮਦੇਵ ਜੀ ਰਾਮਚੰਦਰ ਦੇ ਭਗਤ ਸਨ, ਭਗਤ ਨਾਮਦੇਵ ਜੀ, ਭਾਵ ਜਿਹੜੇ ਜਿਹੜੇ ਸ਼ਬਦ ਉਹਨਾਂ ਨੇ ਧਰਮ ਦੇ ਪ੍ਰਚਲਿਤ ਰੱਬ ਬਾਰੇ ਵਰਤ ਲਏ,
ਅਸੀਂ ਉਧਰ ਨੂੰ ਉਹਨਾਂ ਨੂੰ ਜੋੜ ਦਿੰਦੇ ਹਾਂ। ਜਦੋਂ ਪੂਰੀ ਗੱਲ ਨੂੰ ਪੂਰੇ ਗੁਰਮਤਿ ਦੇ ਸੰਦਰਭ ਵਿੱਚ ਸਮਝਾਂਗੇ ਤਾਂ ਸਾਨੂੰ ਸਮਝ ਆਏਗੀ ਕਿ ਭਗਤ ਨਾਮਦੇਵ ਜੀ ਤਾਂ ਇਹ ਕਹਿੰਦੇ ਨੇ ਭਈ ਮੈਂ ਇਹ ਸਾਰੇ ਮੰਦਰ ਤੇ ਮਸਜਿਦ ਸਭ ਕੁਝ ਛੱਡ ਦਿੱਤੀ ਹੈ, ਮੇਰਾ ਧਰਮ ਨਿਰਾਲਾ ਹੈ, ਮੇਰਾ ਮਾਰਗ ਨਿਰਾਲਾ। ਖੈਰ ਉਹ ਆਪਾਂ ਅੱਗੇ ਵਿਚਾਰ ਕਰਾਂਗੇ। ਆਲਾਵੰਤੀ ਇਹ ਭਰਮ ਜੋ ਹੈ ਮੁਝ ਉੱਪਰ ਸਭ ਕੋ ਪਹਿਲਾ। ਇਹ ਪਾਂਡਿਆਂ ਨੂੰ ਇਹ ਵਹਿਮ ਹੈ ਕਿ ਉਹ ਉੱਚੀ ਜਾਤੀ ਵਾਲੇ ਹਨ, ਇਸ ਕਰਕੇ ਇਹ ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਹਨਾਂ ਨੇ ਇੱਥੋਂ ਉਠਾ ਦਿੱਤਾ, ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਮੈਂ ਕੀ ਕਰਾਂ? ਉਹ ਇੱਕ ਤਰ੍ਹਾਂ ਨਾਲ ਰੱਬ ਅੱਗੇ ਨਿਹੋਰਾ, ਇੱਥੇ ਬੀਠਲਾ ਆ ਗਿਆ, ਇੱਥੇ ਰਮਈਆ ਨਹੀਂ, ਇੱਥੇ ਜ਼ਾਦਮ ਰਾਇਆ ਨਹੀਂ, ਇੱਥੇ ਬੀਠਲਾ। ਸੋ ਗੱਲ ਦੇ ਭਾਵ ਨੂੰ ਸਮਝਣਾ ਕਿ ਭਾਈ ਭਗਤ ਨਾਮਦੇਵ ਜੀ ਕੀ ਕਹਿਣਾ ਚਾਹੁੰਦੇ ਨੇ। ਮੂਏ ਹੋਏ ਆ ਜਿਹੜੀ ਗੱਲ ਆ ਹੁਣ ਜਿਹੜੀ ਲਾਈਨ ਪੜ੍ਹਨੀ ਹੈ, ਇਹ ਸਾਰੀ ਗੁਰਮਤਿ ਨੂੰ ਸਮਝਣ ਲਈ, ਸਿੱਖੀ ਨੂੰ ਸਮਝਣ ਲਈ ਇਹ ਗੱਲ ਬਹੁਤ ਹੀ ਲਾਹੇਵੰਦ ਹੈ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਇਹ ਰੱਬਾ, ਇਹ ਬੀਠਲ, ਇਹ ਰਮਈਆ, ਜੇ ਮਰਨ ਤੋਂ ਬਾਅਦ ਮੈਨੂੰ ਮੁਕਤੀ ਦਿਓਗੇ ਉਸ ਦਾ ਕੀ ਫਾਇਦਾ? ਸਮਾਜ ਨੂੰ ਕੀ ਪਤਾ ਲੱਗੇਗਾ ਕਿ ਸੱਚ ਦੇ ਮਾਰਗ ਤੇ ਚੱਲਣ ਵਾਲੇ ਬੰਦੇ ਅੱਗੇ ਮੁਕਤ ਹੋ ਗਏ ਨੇ, ਅੱਗੇ ਉਹਨਾਂ ਦੀ ਬੜੀ ਇੱਜ਼ਤ ਹੁੰਦੀ ਹੈ। ਇਹ ਸ਼ਬਦ ਦੇ ਵਿੱਚ ਅਸੀਂ ਜਿਹੜੀ ਗੱਲ ਸਮਝਣੀ ਹੈ, ਗੁਰਮਤਿ ਜੀਵਨ ਮੁਕਤ ਹੈ, ਮਰਨ ਮੁਕਤ ਨਹੀਂ। ਸਾਨੂੰ ਅੱਜ ਜੋ ਪੜ੍ਹਾਇਆ ਜਾਂਦਾ, ਜੋ ਸਿਖਾਇਆ ਜਾਂਦਾ, ਉਹ ਹੈ ਮਰਨ ਤੋਂ ਬਾਅਦ ਆ ਮਿਲੇਗਾ, ਸ਼ਹੀਦ ਹੋਣ ਤੋਂ ਬਾਅਦ ਆ ਮਿਲੇਗਾ। ਨਾ ਭਈ ਇਹ ਸਾਰਾ ਹੀ ਗਲਤ ਸਮਝਾਇਆ ਜਾਂਦਾ। ਜਿਤਨਾ ਇਤਿਹਾਸ ਲਿਖਿਆ ਹੋਇਆ ਉਹ ਸਾਰੇ ਦਾ ਸਾਰਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜਨ ਲਈ ਲਿਖਿਆ ਹੋਇਆ। ਇੱਥੇ ਜਿਉਣ ਦੀ ਗੱਲ ਕੀਤੀ ਹੈ। ਮਰਨਾ ਤਦ ਹੈ ਜੇ ਸਾਨੂੰ ਸੁਚੱਜਾ ਜੀਵਨ ਜਿਉਣ ਵਿੱਚ ਕੋਈ ਪਰੇਸ਼ਾਨ ਕਰੇ, ਸਾਨੂੰ ਜਿਉਣ ਨਾ ਦੇਵੇ, ਸੱਚ ਦੇ ਮਾਰਗ 'ਤੇ ਚੱਲਣ ਨਾ ਦੇਵੇ, ਤਾਂ ਸਿੱਖ ਮਰਨ ਨੂੰ ਤਿਆਰ ਹੈ। ਪਰ ਸਿੱਖ ਜਿਉਣ ਲਈ ਬਣੀ ਹੈ, ਸਿੱਖੀ ਜਿਉਣ ਲਈ ਬਣੀ ਹੈ। ਇਹ ਗੱਲ ਅੱਜ ਮੋੜਾ ਕੱਟਣ ਦੀ ਲੋੜ ਹੈ, ਜ਼ੋਰ ਲਾਉਣਾ ਪੈਣਾ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ। ਸਾਨੂੰ ਅੱਜ ਕੱਲ੍ਹ ਮਰਨ ਵਾਲੇ ਪਾਸੇ ਤੋਰਿਆ ਹੋਇਆ। ਜਿਹੜੀ ਵੀਡੀਓ ਆਉਂਦੀ ਆ, ਜਿਹੜਾ ਢਾਡੀ ਆਉਂਦਾ, ਜਿਹੜਾ ਆਉਂਦਾ ਗਰਮਾ ਗਰਮ ਲੈਕਚਰ, ਨਾ ਪਈ ਗੁਰਮਤਿ ਜਿਉਣ ਦੀ ਗੱਲ ਕਰਦੀ ਹੈ ਔਰ ਸਿੱਧੀ ਗੱਲ ਕਰਦੀ ਹੈ। ਉਹ ਮਰਨ ਤੋਂ ਬਾਅਦ ਤੁਸੀਂ ਕੁਛ ਦਿਓਗੇ, ਮੈਨੂੰ ਕੀ ਲਾਹਾ। ਮੈਂ ਪਿੱਛੇ ਗੱਲ ਕੀਤੀ ਸੀ ਕਿ ਪ੍ਰੋਫੈਸਰ ਗੁਰਮੁਖ ਸਿੰਘ ਨੂੰ 100 ਸਾਲ ਬਾਅਦ ਪੰਥ ਵਿੱਚੋਂ ਛੇਕਣ ਤੋਂ 100 ਸਾਲ ਬਾਅਦ ਮੁੜ ਕੇ ਪੰਥ ਵਿੱਚ ਰਲਾ ਲਿਆ ਗਿਆ। ਕੀ ਲਾਭ, ਕੀ ਲਾਹਾ? ਅੱਜ ਤਾਂ ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਗਿਆਨਵਨ ਪੁਰਸ਼ ਨੇ, ਉਹਨਾਂ ਨੂੰ ਪੰਥ ਵਿੱਚੋਂ ਛੇਕੀ ਜਾਂਦੇ ਹੋ। 100 ਸਾਲ ਬਾਅਦ ਇਹਨਾਂ ਨੂੰ ਵੀ ਰਲਾ ਲਿਓ, ਕੀ ਫਾਇਦਾ ਹੋਊ? ਅਸਲ ਵਿੱਚ ਸਾਡੇ ਸਿੱਖ ਧਰਮ ਉੱਤੇ ਪੁਜਾਰੀਵਾਦ ਦਾ ਇੰਨਾ ਤਕੜਾ ਕਬਜ਼ਾ ਹੋ ਚੁੱਕਾ ਹੈ ਕਿ ਸੱਚ ਬੋਲਣਾ ਆਪਣੀ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਸੱਚ ਨਹੀਂ ਬੋਲ ਸਕਦਾ। ਜਿਨ੍ਹਾਂ ਨੇ ਸਿਆਣੇ ਪੁਰਸ਼ਾਂ ਨੇ ਸੱਚ ਬੋਲਿਆ, ਉਹਨਾਂ ਨੂੰ ਸਿੱਖ ਧਰਮ ਵਿੱਚੋਂ ਬਾਹਰ ਕੱਢ ਦਿੱਤਾ। ਬਹੁਤ ਉਦਾਹਰਨਾਂ ਮੈਂ ਪਿਛਲੀ ਵੀਡੀਓ ਵਿੱਚ ਦਿੱਤੀਆਂ। ਇਸ ਕਰਕੇ ਹੀ ਕੋਈ ਸੱਚ ਬੋਲਣ ਦੀ ਹਿੰਮਤ ਨਹੀਂ ਕਰਦਾ। ਉਹ ਕਹਿੰਦਾ ਕਾਹਨੂੰ ਇਸ ਪਾਸੇ ਪੈਣਾ, ਅਸੀਂ ਜਿਵੇਂ ਚੱਲਦੀ ਦੇ ਪਿੱਛੇ ਚੱਲੀ ਜਾਓ, ਭੇਡ ਚਾਲ ਭੇਡਾਂ ਬਣ ਕੇ ਚੱਲੀ ਜਾਓ, ਸੱਚ ਨਹੀਂ ਬੋਲਣਾ। ਸੋ ਪਰ ਸਾਨੂੰ ਗੁਰਬਾਣੀ ਕਹਿੰਦੀ ਹੈ ਜੀਵਨ ਮੁਕਤ, ਜਿਉਂਦੇ ਮੁਕਤ ਹੋਣਾ ਹੈ। ਔਰ ਭਗਤ ਨਾਮਦੇਵ ਤਾਂ ਸਿੱਧਾ ਚੈਲੰਜ ਕਰਦੇ ਆ ਕਿ ਰੱਬਾ, ਜੇ ਤੂੰ ਕਿਤੇ ਹੈ, ਜੇ ਤੇਰੀ ਹੋਂਦ ਹੈ, ਤਾਂ ਤੂੰ ਮੈਨੂੰ ਇਹ ਵਾਅਦਾ ਕਰੇ ਕਿ ਮਰਨ ਤੋਂ ਬਾਅਦ ਮੈਨੂੰ ਮੁਕਤੀ ਦੇ ਦੇਂਗਾ। ਮੈਨੂੰ ਇਹੋ ਜਿਹੀ ਤੇਰੀ ਮੁਕਤੀ ਦੀ ਕੋਈ ਲੋੜ ਨਹੀਂ। ਇਹ ਸਮਾਜ ਕੀ ਜਾਣੇਗਾ, ਸੰਸਾਰ ਕੀ ਜਾਣੇਗਾ ਕਿ ਤੇਰੀ
मैं तेरे भगत नूं अगे मुक्ति मिली है। इत्थे तो रुलदा रहेगा। असीं ਗਿਆਨੀ ਦਿੱਤ ਸਿੰਘ ਦੀ जो इतिहास पढ़ते हैं, रोना आउंदा है, रोना आउंदा है, क्योंकि ये जिहड़े पुजारी लाने ने सारिਆਂ ਨੂੰ मरवाया, जिहड़े सच बोलते सी उन्हां ਨੂੰ मरवाया और अपना ये माया का धान इकट्ठा करते रहे। और अज पूरी तरह सिख उसकी जकड़ विच है। आ नुकता नोट कर लेना, मुए हुए जो मुक्त देओगे मुक्त ना जाने कोयला। जे तू मैनू मरण पिछों मुक्ति दे दिती, तेरी दिती हुई मुक्ति का किसी नू पता नहीं लगना। भाव इसका कोई लाभ नहीं होना। समाज नू उपर चुकण लई तेरी दिती हुई मुक्ति किसी काम नहीं। ये पंडिया मोको ढेड़ कहत तेरी पैज विछाउंडी, तेरी पैज विछाउंडी होइला। ये भांडे मैनू नीच आख रहे हैं, इस तरह तो तेरी अपनी ही इज्जत कट रही है। मैं तेरा सिख हाँ, मैं तेरे नाम का उपासक हाँ, तेरे गुण गाउना है। जे मेरी हेठी होई ए तेरी हेठी है। इतना भावपूरत शब्द जो भगत नामदेव जी ने वो अगे कहते ने, तू जो दयाल कृपाल कहियत हैं, अत पुज पयो उपारला। हे सोहणे राम, तू तो सबना उत्ते चाहे कोई नीच कुल दा होवे चाहे उच्ची कुल दा दया करन वाला है। तू मेहर दा घर है, फिर तू है भी बड़ा वड्डा वली बेअंत है। फिर अगे जिहड़ी आखिरी पंक्ति है, असीं अज सिर्फ दो पंक्तियां नूं स्पष्ट करना है कि एक तो ये है कि जो कुछ करना, जो कुछ मिलना, जो वो असी जिउंदे जी प्राप्त करना। मरण तो बाद कोई आस नहीं रखनी कि मरण तो बाद जिहड़ा स्टेज तो तुहानूं कहे मरण तो बाद उहनूं कोई भाई साहब जी चलदे बनो। मरण तो बाद असी कुछ नहीं चाहुंदे, असी जीवन मुक्त चाहुंदे हां। हुण दीयां गल्लां करो, जीउण दा ढंग दसो। और दूजी गल आ जिहड़ा नुकता समझना, फेर दिया दिओरा नामे को पंडियन को पिछवार ला। अखरी अर्थ नामे वाल नूं मंदिर का मूँह घुमाता और पंडितां वाल पिठ करती। हुण जी इसका असी थोड़ा जिहा ढंग नाल विश्लेषण करिए, मतलब पंडित मंदिर के अंदर बैठे हुए, मतलब मंदिर का मूँह जे चढ़दे पासियों घुमा के लहिंदे पास कर दिता जाए तो पंडितां नूं पिठ किद्दां हो गई। पंडित तो अंदर ही बैठे, मूर्ति के कोल बैठे हैं, जां असीं गुरुद्वारे बैठे हैं, गुरु ग्रंथ साहब की हजूरी में बैठे हैं। जे गुरुद्वारा का मूँह घूम के एक चढ़ते तो लहिंदे नूं हो जाए तो जिहड़ा ग्रंथी सिंह ताबिया बैठा वो ताबिया बैठा, जिहड़ा कीर्तन करदा क्योंकि सारे ने घूमना ना, वो तो हाज़री फिर रहे। फिर की कारण है? इस दे अर्थ असल विच की हो सकते हैं? इस दे अर्थ जो गुरमत अनुसारी ने कोई मंदिर नहीं घूमिया, कोई बिल्डिंग नहीं घूमी। भाई होया कि संगतां मंदिर वाल नूं मत्था टेकण पूजा करन आउंदियां सन। उन्हें की देखा, मंदिर विच तां शांति है, बाहर कोई कीर्तन हो रहा, आवाज़ आ रही है। उन्हें कहा भी मंदिर जाण तो पहला असी बाहर ही देख लेने कि पिछले पासे की हो रहा। वो अंदर मंदिर च मत्था टेकण की बजाय पिछले पासे चल गए। वो इतना भावपूरत कीर्तन उत्थे रब्बी गुणां दा गायन हो रहा सी। इतने लय दे विच भगत नामदेव जी जो है कीर्तन कर रहे सन। वो भुल गए कि असी मंदिर मूर्ति के दर्शन करन आए सन। वो जिद्दां जिद्दां लोकी आउंदे गए उदां उदां उत्थे जुड़ते गए। तो उधर पंडित देखो जी, तू किन्ना सोहना मंदिर बना लो, किन्ना सोहना गुरुद्वारा बना लो, गुरु ग्रंथ साहब का प्रकाश भी कर लो। भाई जे उत्थे संगत नहीं आउंदी, जे उत्थे कोई मत्था टेकण नहीं आउंदा, उत्थे कोई नहीं आउंदा। जे लोकां नूं हो सकदा मेरे वचन ये शब्द कौड़े लगन, पर अंदाज़ा लाओ ना कि जदों करोना सी, गुरुद्वारे बंद सी, वड्डे गुरुद्वारे
दरबार साहिब वगैरह नूं छड्ड के आम गुरुद्वारिਆਂ 'ਚ कि उत्थे इवें कीर्तन हुंदा सी? कल्ला रागी सिंह कीर्तन करदा सी संगत तो बिना? हो सकदा भाई इतिहासक गुरुद्वारिਆਂ 'ਚ हाज़र होण कि उत्थे कीर्तन हुंदा सी? ढाडी जथे 12 पढ़दे सी? नहीं भाई, वो सब कुछ तद ही हुंदा जदों संगतां हाज़र होण। हाँ, दरबार साहब मैं मनदा उन्होंने मर्यादा पूरी करनी, कीर्तन करते होणगे, पर आम कित्थे कीर्तन? जे किसी धार्मिक स्थान ते कोई जीव उत्थे जांदा ही नहीं, कोई चढ़ावा नहीं चढ़दा, कोई जी वो जिहड़ा उत्थे सेवादार भी वो किन्ना कुh चिर रहू बिना बिना उसनूं मेहनत मिलिया, किन्ना कुh चिर रहू उत्थे? वो भी बंद कर दू। और गुरुद्वारे तकरीबन बंद हो गए सन, मंदिर भी बंद हो, धार्मिक स्थान बंद हो गए सन। मैं उदाहरण क्यों दे रहा कि भाई जे पंडित कल्ले उत्थे, मूर्तियां उत्थे, पर उत्थे कोई भी श्रद्धालु नहीं आया। सारे श्रद्धालु भगत नामदेव जी दे आले दुआले जुड़ गए। ते गुरबाणी दा फरमान है भी संगत हर प्रभ वसै जियो। रब उत्थे वसदा है जिथे संगत हुंदी है, जिथे गुणां दा गायन हुंदा, जिथे सच दा पसारा हुंदा। ते संगत सारी जुड़ गई भगत नामदेव दे इर्द गिर्द, ते पंडित रह गए कल्ले, क्योंकि परमात्मा दा वासा, सच्चे गुणां दा वासा उत्थे हो गया जिथे संगत जुड़ी हुई सी। ते अपने आप उन्हां पंडितां नूं पिठ हो गई। फेर दिया देवरा नामे को पंडियन को पिछवाड़ ले, या ज्यों ज्यों नामा हर गुण उचरै भगत जना को देवरा फिरे। इस दे अर्थ जो मैनू समझ आए वो यही हैं जो मैं जदों यूनीवर्सिटी में थीसिस लिखिया सी, निबंध लिखिया सी, वो भी इसे सबजैक्ट ते लिखिया सी। और मैं सब कुछ लिख दिता सी। किसी नूं चंगा लगे माड़ा लगे, मेरी समझ, मेरी खोज, मेरा मनना इवें ही है कि कोई मंदिर या बिल्डिंग या गुरुद्वारा या मस्जिद कभी घूमिया नहीं करती। घूमदा तो साडी सोच घूमदी है, घूमदा तो जिहड़ा लोकां दा इकट्ठ है वो सारा आप मुहारे सच दे नाल जुड़ जांदा। झूठे जिहड़े ने वो बेमुख जिहड़े ने, जिहड़ा गुणहीन ने वो कल्ले रह जांदे ने। सो अज दी विचार असीं इत्थे समाप्त करदे हां। ते सानू गल दो नुकते समझने अज दी विचार विचों, ये पल्ले बन लैणे आ कि मरे होयां नूं जे मुक्ति दिओगे, भगत नाम जी दी कहंदे आ, कोई दुनिया नूं की पता लगू भाई, की फायदा? अगे तो तेरा कोई सच दे मार्ग ते चलेगा नहीं। क्यों चलेगा? क्योंकि सच दे मार्ग ते चलदियां होयां जे उसनूं रोजी रोटी कमाउणी भी औखी है तो वो क्यों चलेगा? सच दे मार्ग ते चलदियां होया उसकी बेइज्जती होनी, क्यों चलेगा? इस करके उन्होंने अपना जो निहोरा रब ते सुटिया सी। और वो जो है ये सारा भावार्थ शब्द का समझा दिता। अज दी वीडियो इत्थे समाप्त करते हैं। विचार करते हैं कई तरह दी भुल्लां गलतियां हो गई होणगियां, माफ़ करना। एक बेनती जो मैं बार बार करदा वो यही है भाई, मेरे चैनल नूं सबसक्राइब करो और वीडियो नूं साझा करो और पसंद करो और घंटी का बटन दबा दिओ। ये सब तां करना जे तुहानूं ये विचार चंगे लगदे हन, नहीं तो कोई गल नहीं। जरूरी नहीं कि सारी दुनिया नूं मेरी गल चंगी लगे। आओ फतेह बुलाइए। वाहिगुरू जी का खालसा, वाहिगुरू जी की फतेह।